ਓਮਨੀ ਰਿਐਲਿਟੀ ਦੇ ਸ਼ੋਅ ਵਿੱਚ ਵਾਪਸ ਤੁਹਾਡਾ ਸਵਾਗਤ ਹੈ। ਅਸੀਂ ਘਰ ਖਰੀਦਣ ਦੀਆਂ ਬਰੀਕੀਆਂ ਦੇ ਬਾਰੇ ਗੱਲ ਕਰ ਰਹੇ ਹਾਂ। ਹਰਮਨ ਭਾਜੀ ਅਤੇ ਗੁਰਦੀਪ ਭਾਜੀ ਸਾਡੇ ਨਾਲ ਬਣੇ ਹੋਏ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਕਿਉਂਕਿ ਦੇਖੋ ਕਿਸੇ ਦੇ ਕੋਲ ਵੀ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ 5 ਲੱਖ 7 ਲੱਖ ਡਾਲਰ ਜੇਬ 'ਚੋਂ ਕੱਢ ਕੇ ਅਤੇ ਮਕਾਨ ਖਰੀਦ ਲਵੇ। ਸੋ ਸਾਨੂੰ ਲੋਨ ਲਈ ਅਪਲਾਈ ਕਰਨਾ ਪੈਂਦਾ। ਕਿੱਦਾਂ ਪ੍ਰੋਸੈਸ ਸਟਾਰਟ ਹੁੰਦਾ, ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ। ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਨੈਕਸਟ ਐਪੀਸੋਡ ਦੇ ਵਿੱਚ ਮੌਰਗੇਜ ਨੌਲੇਜ ਅਸੀਂ ਅੱਜ ਕਵਰ ਕਰਾਂਗੇ ਕਿ ਇਹ ਆਮ ਤੌਰ 'ਤੇ ਹੁੰਦਾ ਵੇ ਕਿ ਜਦੋਂ ਅਸੀਂ ਬੈਠੇ ਹਾਂ, ਕਦੀ ਅਸੀਂ ਪਲਾਨ ਬਣਾਇਆ ਕਿ ਸਾਡੇ ਰਿਲੇਟਿਵ ਨੇ ਘਰ ਲੈ ਲਿਆ, ਸਾਡੇ ਦੋਸਤਾਂ ਯਾਰਾਂ ਨੇ ਘਰ ਲੈ ਲਿਆ, ਅਸੀਂ ਵੀ ਘਰ ਲੈਣਾ ਚਾਹੁੰਦੇ ਹਾਂ, ਮਗਰ ਸਾਡੇ ਕੋਲ ਪੈਸੇ ਇੰਨੇ ਜ਼ਿਆਦਾ ਨਹੀਂ ਨੇ ਹੈਗੇ। ਕਿਉਂਕਿ ਇਹ ਇੱਕ ਹੁੰਦਾ ਕਿ ਬਈ ਇਹ ਕਿਸੇ ਨੂੰ ਨੌਲੇਜ ਇੰਨੀ ਨਹੀਂ ਹੁੰਦੀ ਜਦ ਤੱਕ ਇੱਕ ਵਾਰੀ ਤੁਸੀਂ ਕਿਸੇ ਪ੍ਰੋਫੈਸ਼ਨਲ ਨੂੰ ਕਾਲ ਨਹੀਂ ਕਰਕੇ ਗੱਲ ਕਰਦੇ। ਅਮਰੀਕਾ ਇੱਕ ਇੰਨੀ ਗ੍ਰੇਟ ਕੰਟਰੀ ਹੈ ਜਿਹਦੇ ਵਿੱਚ ਕਿ ਡਾਊਨ ਪੇਮੈਂਟ ਜਿਹੜੀ ਹੈ, ਮਿਨੀਮਮ ਡਾਊਨ ਪੇਮੈਂਟ ਜਿਹੜੀ ਹੈ ਉਹ 3.5% ਹੈਗੀ। ਅਸੀਂ ਕਿਸੇ ਦਾ ਲੋਨ ਕਲੋਜ਼ ਕਰ ਰਹੇ ਹਾਂ ਕਿ ਟੋਟਲ ਉਹਨਾਂ ਕੋਲ $25,000 ਸੀਗੇ ਅਤੇ ਅਸੀਂ ਉਹਨਾਂ ਨੂੰ ਘਰ ਲੈ ਕੇ ਦਿੱਤਾ। ਅਤੇ ਕਿਉਂਕਿ ਬੈਂਕਾਂ ਵੱਲੋਂ ਔਰ ਗਵਰਨਮੈਂਟ ਵੱਲੋਂ ਇੰਨੀਆਂ ਸਹੂਲਤਾਂ ਨੇ ਕਿ ਫਸਟ ਟਾਈਮ ਹੋਮ ਬਾਇਰ ਨੂੰ ਕਿ ਤੁਸੀਂ ਅਗਰ ਘਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਜਿਵੇਂ ਡਰੀਮ ਹੋਮ ਅਮਰੀਕਾ 'ਚ ਬਣਾਉਣਾ ਚਾਹੁੰਦੇ ਹੋ, ਜੋ ਸਭ ਦਾ ਡਰੀਮ ਹੁੰਦਾ ਹੋਵੇ, ਉਹਦੇ ਵਾਸਤੇ ਉਹਨਾਂ ਨੇ ਪੂਰੀਆਂ ਸਹੂਲਤਾਂ ਐਵੇਂ ਨੇ ਕਿ ਡਾਊਨ ਪੇਮੈਂਟ ਘੱਟ ਤੋਂ ਘੱਟ ਦਿਓ। ਕ੍ਰੈਡਿਟ ਸਕੋਰ ਅਗਰ ਤੁਹਾਡਾ ਘੱਟ ਹੈਗਾ ਵੇ ਤਾਂ ਵੀ ਤੁਹਾਡਾ ਲੋਨ ਹੋ ਜਾਏਗਾ। ਫਸਟ ਸਟੈਪ ਹੁੰਦਾ ਹੈ ਕਿ ਤੁਸੀਂ ਮਾਈਂਡ ਮੇਕਅਪ ਕਰੋ। ਮਾਈਂਡ ਮੇਕਅਪ ਕਰਕੇ ਸਾਨੂੰ ਕਾਲ ਕਰੋ। ਸਾਰੇ ਕੁਐਸਚਨ ਜੋ ਤੁਹਾਡੇ ਆਨਸਰ ਅਸੀਂ ਕਰਾਂਗੇ, ਜਿਹੜੇ ਤੁਹਾਡੇ ਮੌਰਗੇਜ ਰਿਲੇਟਿਡ ਹੋਣਗੇ ਕਿ ਤੁਹਾਨੂੰ ਕਿੰਨਾ ਲੋਨ ਮਿਲ ਸਕਦਾ ਵੇ, ਉਹ ਤੁਹਾਡੀ ਇਨਕਮ ਦੀ ਬੇਸ 'ਤੇ ਹੁੰਦਾ ਵੇ, ਕ੍ਰੈਡਿਟ ਦੀ ਬੇਸ 'ਤੇ ਅਤੇ ਡਾਊਨ ਪੇਮੈਂਟ ਦੀ ਬੇਸ 'ਤੇ। ਅਗਰ ਲੈਟਸ ਸੇ ਤੁਹਾਡੇ ਕੋਲ ਲੋਨ, ਕਈ ਵਾਰ ਸਾਨੂੰ ਕੁਐਸਚਨ ਆਉਂਦੇ ਜੀ ਕਿ ਸਾਨੂੰ ਸਾਡੇ ਰਿਲੇਟਿਵ ਨੂੰ 3% ਇੰਟਰਸਟ ਮਿਲ ਗਿਆ, ਸਾਡੇ ਕਿਸੇ ਫਰੈਂਡ ਨੂੰ 4.5% ਮਿਲ ਗਿਆ, ਉਹਨਾਂ ਨੂੰ 4.5 ਕਿਉਂ ਮਿਲਿਆ, ਉਹਨਾਂ ਨੂੰ 3 ਕਿਉਂ ਮਿਲਿਆ। ਉਹ ਡਿਫਰੈਂਟ ਪ੍ਰੋਗਰਾਮ ਹੁੰਦੇ ਨੇ, ਡਿਫਰੈਂਟ ਕ੍ਰਾਈਟੀਰੀਆ ਹੁੰਦੇ ਨੇ। ਕਈ ਵਾਰ ਤੁਸੀਂ ਆਪਣੀ ਇਨਕਮ ਨਹੀਂ ਸ਼ੋ ਕਰਦੇ ਜਾਂ ਤੁਸੀਂ ਆਪਣੀ ਟੈਕਸ ਰਿਟਰਨ ਨਹੀਂ ਭਰੀ ਅਤੇ ਉਸ ਕਰਕੇ ਤੁਹਾਨੂੰ ਨੋ ਟੈਕਸ ਰਿਟਰਨ ਲੋਨ ਪ੍ਰੋਗਰਾਮ ਵਿੱਚ ਜਾਣਾ ਪੈਂਦਾ ਵੇ। ਉਹਦੇ ਕਰਕੇ ਤੁਹਾਨੂੰ ਰੇਟ ਕਈ ਵਾਰ ਜ਼ਿਆਦਾ ਮਿਲਦਾ ਵੇ। ਮਗਰ ਅਗਰ ਤੁਸੀਂ ਤੁਹਾਡੇ ਕੋਲ ਇਨਕਮ ਹੈਗੀ ਹੈ, ਅੱਜ ਕੱਲ੍ਹ ਬੱਚੇ ਸਭ ਦੇ ਘਰ ਪ੍ਰੋਫੈਸ਼ਨਲ ਹੋ ਗਏ ਨੇ, ਅੱਛੀਆਂ ਜੌਬਾਂ ਨੇ, ਉਸ ਜੌਬਾਂ ਦੇ ਵਿੱਚ ਅੱਛੀਆਂ ਸੈਲਰੀਆਂ ਮਿਲਦੀਆਂ ਨੇ, ਉਸ ਸੈਲਰੀਆਂ ਦੇ ਬੇਸ ਦੇ ਉੱਤੇ ਤੁਸੀਂ 3.5% ਡਾਊਨ ਦੇ ਕੇ ਘਰ ਲੈ ਸਕਦੇ ਹੋ। ਉਹਦਾ ਇੰਟਰਸਟ ਜਿਹੜਾ ਇਸ ਟਾਈਮ ਅੰਡਰ 3% ਹੈਗਾ ਵੇ। ਅਤੇ ਇਸ ਕਰਕੇ ਅਗਰ ਤੁਹਾਨੂੰ ਕਨਫਿਊਜ਼ਨ ਹੈ, ਸਾਡੇ ਵੱਲੋਂ ਇੱਕ ਰਿਕੁਐਸਟ ਹੈ ਕਿ ਅਗਰ ਤੁਹਾਡਾ ਮਾਈਂਡ 'ਚ 1% ਵੀ ਹੈਗਾ ਕਿ ਅਸੀਂ ਘਰ ਲੈਣਾ ਹੈ ਅਤੇ ਸਾਨੂੰ ਕਾਲ ਕਰੋ। ਬਾਕੀ ਤੁਹਾਡਾ 99% ਜਿਹੜਾ ਹੈ ਉਹ ਅਸੀਂ ਕੰਪਲੀਟ ਕਰ ਦਾਂਗੇ, ਤੁਹਾਨੂੰ ਅਸੀਂ ਘਰ ਲੈ ਕੇ ਦੇਵਾਂਗੇ। ਮੌਰਗੇਜ ਰਿਲੇਟਿਡ ਕੋਈ ਵੀ ਕੁਐਸਚਨ ਹੈ, ਕਈ ਵਾਰ ਅਸੀਂ ਸੋਚਦੇ ਹਾਂ ਨਹੀਂ ਜੀ ਅਸੀਂ ਕਾਲ ਨਹੀਂ ਕਰਨੀ, ਕੁਛ ਸਾਨੂੰ ਸ਼ਰਮ ਆਏਗੀ, ਸਾਡੇ ਕੋਲ ਪੈਸੇ ਜ਼ਿਆਦਾ ਨਹੀਂ ਹੈਗੇ। ਸਾਡੇ ਕੋਲ ਰੀਸੈਂਟਲੀ ਕੇਸ ਆਇਆ ਜਿਹਦੇ 'ਚ ਉਹਨਾਂ ਕੋਲ ਬਹੁਤ ਘੱਟ ਪੈਸੇ ਸੀਗੇ, ਉਹਨਾਂ ਨੂੰ ਝਾਕਾ ਸੀਗਾ, ਮਗਰ ਅਸੀਂ ਉਹਨਾਂ ਨੂੰ ਇੰਨਾ ਕੰਫਰਟ ਲੈਵਲ ਦਿੱਤਾ ਕਿ ਜਿਹੜੀ ਇਨਫੋਰਮੇਸ਼ਨ ਤੁਸੀਂ ਸਾਡੇ ਕੋਲ ਆਓਗੇ ਅਸੀਂ ਕੌਨਫੀਡੈਂਸ਼ੀਅਲ ਰੱਖਦੇ ਹਾਂ। ਤੁਹਾਡੇ ਕੋਲ ਫਰੈਂਡ ਰਿਲੇਟਿਵ ਵਗੈਰਾ ਕਿਸੇ ਨੂੰ ਅਸੀਂ ਐਕਸਪੋਜ਼ ਨਹੀਂ ਕਰਦੇ ਕਿ ਤੁਸੀਂ ਕਿੰਨਾ ਡਾਊਨ ਦਿੱਤਾ ਹੋਵੇ। ਅਤੇ ਇਸ ਕਰਕੇ ਬਿਲਕੁਲ ਨਾ ਘਬਰਾਓ, ਸਾਨੂੰ ਕਾਲ ਕਰੋ, ਸਾਡੇ ਕੋਲ ਆਓ। ਤੁਹਾਡਾ ਜਿਹੜਾ ਡਰੀਮ ਹਾਊਸ ਜਿਹੜਾ ਵੇ ਉਹ ਸਾਡੀ ਰਿਸਪੋਂਸੀਬਿਲਿਟੀ, ਅਸੀਂ ਲੈ ਕੇ ਦੇਵਾਂਗੇ। ਤੁਹਾਡੀ ਰਿਸਪੋਂਸੀਬਿਲਿਟੀ ਹੈ ਇੱਕ ਵਾਰੀ ਸਾਨੂੰ ਕਾਲ ਕਰਨ ਦੀ। ਗੁਰਦੀਪ ਜੀ, ਤੁਹਾਡੇ ਕੋਲੋਂ ਮੈਂ ਪੁੱਛਣਾ ਚਾਹੁੰਦਾ ਕਿ ਲੋਨ ਐਸਟੀਮੇਟ ਹੋ ਗਿਆ ਜੀ, CD ਹੋ ਗਈ, ਜੇ ਬਹੁਤ ਸਾਰੇ ਟੈਕਨੀਕਲ ਸਵਾਲ ਦੇ ਵਿੱਚ ਆ ਜਾਂਦੇ ਆ, ਆਮ ਲੋਕਾਂ ਨੂੰ ਪਤਾ ਨਹੀਂ ਹੁੰਦਾ। ਇਹ ਕਿਸ ਤਰ੍ਹਾਂ ਤੁਸੀਂ ਡਿਸਕਰਾਈਬ ਕਰਦੇ ਹੋ ਆਪਣੇ ਕਸਟਮਰ ਨੂੰ, ਕੀ ਇਹ ਸਮਝਾਇਆ ਜਾਂਦਾ, ਕਿਸ ਤਰ੍ਹਾਂ ਹੁੰਦਾ ਇਹ ਸਾਰਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, PTC ਦੇ ਦਰਸ਼ਕਾਂ ਨੂੰ ਜੀ। ਜਿਹੜਾ ਲੋਨ ਐਸਟੀਮੇਟ ਜਾਂ CD ਹੁੰਦੀ ਹੈ, ਇਹ ਸਾਰੇ ਮੌਰਗੇਜ ਦੇ ਰਿਲੇਟਡ ਕੁਐਸਚਨ ਹੁੰਦੇ ਨੇ ਅਤੇ ਜਿਹੜੇ ਕਿ ਸਾਡੇ ਬ੍ਰੋਕਰ ਮਿਸਟਰ ਹਰਮਨ ਤੁਹਾਨੂੰ ਐਕਸਪਲੇਨ ਕਰ ਸਕਦੇ ਹਨ ਬਹੁਤ ਚੰਗੀ ਤਰ੍ਹਾਂ। ਅਤੇ ਅਸੀਂ ਜਦੋਂ ਇਸ ਪ੍ਰੋਸੈਸ ਨੂੰ ਸਾਰਾ ਸਟਾਰਟ ਕਰਦੇ ਹਾਂ, ਅਸੀਂ ਪਹਿਲਾਂ ਤਾਂ ਆਪਣੇ ਕਲਾਇੰਟਸ ਨੂੰ ਘਰ ਦਿਖਾਉਂਦੇ ਹਾਂ, ਆਫਰ ਪ੍ਰੈਜੈਂਟ ਕਰਦੇ ਹਾਂ। ਅਤੇ ਜਦੋਂ ਅਸੀਂ ਆਫਰ ਪ੍ਰੈਜੈਂਟ ਕਰਨੀ ਹੁੰਦੀ ਹੈ, ਕਲਾਇੰਟ ਨਾਲ ਅਸੀਂ ਡਿਸਕਸ ਕਰਦੇ ਹਾਂ ਕਿ ਤੁਹਾਡੀ ਡਾਊਨ ਪੇਮੈਂਟ ਕਿੰਨੀ ਤੁਸੀਂ ਦੇ ਰਹੇ ਹੋ, ਕੀ ਤੁਸੀਂ ਆਪਣੇ ਮੌਰਗੇਜ ਅਪਰੂਵ ਕਰਾਈ ਹੈ। ਅਤੇ ਉਸ ਰਿਲੇਟਡ ਜਿਹੜੇ ਵੀ ਕੁਐਸਚਨ ਹੁੰਦੇ ਹਨ, ਸਾਡਾ ਮੌਰਗੇਜ ਡਿਪਾਰਟਮੈਂਟ ਸਾਰਾ ਹੈਂਡਲ ਕਰਦਾ ਹੈ। ਉਹਦੇ ਵਿੱਚ ਅਸੀਂ ਆਪਣੇ ਕਲਾਇੰਟ ਨੂੰ ਸਾਰੀ ਇਨਫੋਰਮੇਸ਼ਨ ਲੈ ਕੇ ਫਿਰ ਉਸ ਹਿਸਾਬ ਨਾਲ ਅਸੀਂ ਉਸ ਘਰ ਦੀ ਆਫਰ ਪਾਉਂਦੇ ਹਾਂ, ਦੇਖਦੇ ਵੀ ਹਾਂ ਕਿ ਉਸ ਘਰ ਦੀ ਕਿੰਨੀ ਕੁ ਆਫਰ ਅਸੀਂ ਪ੍ਰੈਜੈਂਟ ਕਰ ਸਕਦੇ ਹਾਂ। ਅਤੇ ਫਿਰ ਉਸ ਤੋਂ ਬਾਅਦ ਹੀ ਅਸੀਂ ਫਰਦਰ ਜਿਹੜਾ ਪ੍ਰੋਸੈਸ ਹੈ ਉਹ ਅਸੀਂ ਅੱਗੇ ਸ਼ੁਰੂ ਕਰਦੇ ਹਾਂ। ਇਨ ਹਾਊਸ ਹੈ ਸਾਰਾ ਕੁਛ, ਰੀਅਲ ਸਟੇਟ ਵੀ ਇੱਥੇ ਹੀ ਹੈ, ਮੌਰਗੇਜ ਵੀ ਇੱਥੇ ਹੀ ਹੈ। ਅਤੇ ਜਦੋਂ ਅਸੀਂ ਪ੍ਰੋਸੈਸ ਸਟਾਰਟ ਕਰਦੇ ਹਾਂ ਅਤੇ ਸਾਰਾ ਕੁਛ ਅਸੀਂ ਇਨ ਹਾਊਸ ਇੱਕੋ ਰੂਫ ਦੇ ਥੱਲੇ ਅਸੀਂ ਸਟਾਰਟ ਕਰਕੇ ਇਹਨੂੰ ਐਂਡ ਤੱਕ ਲੈ ਕੇ ਜਾਂਦੇ ਹਾਂ ਜੀ। ਜਿਹੜਾ ਇਹ ਪ੍ਰੋਸੈਸ ਹੈ, ਇਹਦੇ ਵਿੱਚ ਸਭ ਤੋਂ ਪਹਿਲਾ ਸਟੈਪ ਜਿੱਥੋਂ ਮੈਂ ਸਮਝਦਾ ਕਿ ਪ੍ਰੀ ਅਪਰੂਵਲ। ਰਮਨ ਭਾਜੀ, ਇਹ ਪ੍ਰੀ ਅਪਰੂਵਲ ਕੀ ਚੀਜ਼ ਹੈ? ਸਤਿ ਸ਼੍ਰੀ ਅਕਾਲ ਜੀ ਸਾਰੇ PTC ਦੇ ਦਰਸ਼ਕਾਂ ਨੂੰ। ਅਤੇ ਜਿਵੇਂ ਗੁਰਿੰਦਰ ਜੀ ਨੇ ਹੁਣੇ ਪੁੱਛਿਆ ਕਿ ਪ੍ਰੀ ਅਪਰੂਵਲ ਕੀ ਚੀਜ਼ ਹੈ। ਪ੍ਰੀ ਅਪਰੂਵਲ ਹੁੰਦਾ ਹੈ ਕਿ ਅਸੀਂ ਆਪਣੇ ਜਿਹੜੇ ਵੀ ਕਲਾਇੰਟ ਦੇ ਨਾਲ ਕੰਮ ਕਰਨਾ ਸਟਾਰਟ ਕਰਨੇ ਹਾਂ, ਜਿਹੜਾ ਕਿ ਬਾਇਰ ਹੁੰਦਾ ਹੈ,
ਉਹਨੂੰ ਅਸੀਂ ਪੁੱਛਨੇ ਆ ਕਿ ਤੁਸੀਂ ਤੁਹਾਡਾ ਜੌਬ ਪ੍ਰੋਫਾਈਲ ਕੀ ਹੈ, ਕਿ ਤੁਸੀਂ W2 ਤੇ ਹੈਗੇ ਹੋ ਜਾਂ ਤੁਸੀਂ ਸੈਲਫ ਇੰਪਲੋਇਡ ਹੋ ਜਿਹਨੂੰ 'ਚ 1099 ਬੰਦਾ ਫਾਈਲ ਕਰਦਾ ਹੈ ਟੈਕਸ ਰਿਟਰਨਸ। ਅਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਨੂੰ ਆਪਣੀ ਇਨਕਮ ਦੱਸਣੀ ਪੈਂਦੀ ਹੈ ਕਿ ਤੁਹਾਡੀ ਕੀ ਇਨਕਮ ਦਾ ਸੋਰਸ ਹੈ ਅਤੇ ਕਿੰਨੀ ਤੁਹਾਡੀ ਇਨਕਮ ਹੈਗੀ ਹੈ, ਪਲੱਸ ਤੁਸੀਂ ਕਿੰਨੇ ਦਾ ਘਰ ਜੋ ਦੇਖ ਰਹੇ ਹੋ ਉਹਦੇ ਵਿੱਚ ਕਿੰਨੀ ਤੁਸੀਂ ਡਾਊਨ ਪੇਮੈਂਟ ਪਾਉਣਾ ਪਸੰਦ ਕਰੋਗੇ। ਇਨ ਦੋ ਇੰਪੋਰਟੈਂਟ ਚੀਜ਼ਾਂ ਦੇ ਨਾਲ ਤੀਸਰੀ ਸਭ ਤੋਂ ਇੰਪੋਰਟੈਂਟ ਚੀਜ਼ ਆਉਂਦੀ ਹੈ ਤੁਹਾਡਾ ਕ੍ਰੈਡਿਟ ਸਕੋਰ, ਕਿ ਤੁਹਾਡਾ ਕ੍ਰੈਡਿਟ ਸਕੋਰ ਕਿੰਨਾ ਹੈਗਾ। ਉਹ ਸਾਰੀ ਚੀਜ਼ਾਂ ਦੇ ਲਈ ਹਰਮਨ ਜੀ ਹੈਗੇ ਨੇ ਆਫਿਸ ਦੇ ਵਿੱਚ, ਸਾਡੇ ਬ੍ਰੋਕਰ ਕੰਮ ਸਾਡੇ ਵੱਡੇ ਜੋ ਕਿ ਸਾਨੂੰ ਵੀ ਗਾਈਡ ਕਰਦੇ ਨੇ ਅਤੇ ਪਲੱਸ ਸਾਰੇ ਕਲਾਇੰਟਸ ਨੂੰ ਵੀ ਗਾਈਡ ਕਰਦੇ ਨੇ। ਅਤੇ ਜਦ ਵੀ ਕਲਾਇੰਟ ਆਉਂਦਾ ਹੈ ਉਹ ਪੁੱਛਦਾ ਹੈ ਕਿ ਹਾਂ ਵੀ ਮੈਂ ਕਿਹੜੇ ਕਿਹੜੇ ਡਾਕੂਮੈਂਟਸ ਲੈ ਕੇ ਆਵਾਂ, ਜਿਵੇਂ ਕਿ ਮੈਂ ਦੱਸਿਆ ਕਿ ਤੁਹਾਡੀ ਟੈਕਸ ਰਿਟਰਨਸ ਹੋ ਗਈ, ਤੁਹਾਡੀ ਪੇ ਸਟੱਬਸ ਹੋ ਗਈਆਂ, ਤੁਹਾਡਾ ਕ੍ਰੈਡਿਟ ਸਕੋਰ ਹੋ ਗਿਆ। ਜਿਹੜਾ ਕਿ ਕ੍ਰੈਡਿਟ ਸਕੋਰ ਹੈਗਾ, ਜਦ ਵੀ ਕੋਈ ਆਉਂਦੇ ਨੇ ਆਫਿਸ ਉਹ ਕਲਾਇੰਟਸ ਗੱਲ ਕਰਦੇ ਨੇ ਅਤੇ ਸਾਡੇ ਕੋਲ ਕ੍ਰੈਡਿਟ ਆਥੋਰਾਈਜੇਸ਼ਨ ਹੁੰਦੀ ਹੈ ਜਿਸ ਦੇ ਬਿਹਾਫ 'ਤੇ ਉਹ ਸਾਈਨ ਕਰਨਗੇ। ਫਿਰ ਹਰਮਨ ਜੀ ਉਹਨਾਂ ਦਾ ਕ੍ਰੈਡਿਟ ਚੈੱਕ ਕਰਦੇ ਨੇ ਅਤੇ ਉਹ ਕ੍ਰੈਡਿਟ ਚੈੱਕ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਬੰਦਾ ਕਿੰਨੇ ਕੁ ਅਮਾਊਂਟ ਕਿੰਨੇ ਕੁ ਲੋਨ ਵਾਸਤੇ ਪ੍ਰੀ ਅਪਰੂਵ ਹੋ ਸਕਦਾ ਹੈ। ਕਿਉਂਕਿ ਪ੍ਰੀ ਅਪਰੂਵਲ ਲੈਟਰ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ, ਜਿਵੇਂ ਗੁਰਦੀਪ ਵੀਰ ਜੀ ਦੱਸ ਰਹੇ ਸੀ ਹੁਣੇ ਕਿ ਜਦ ਅਸੀਂ ਆਫਰ ਪਾਣੀ ਹੁੰਦੀ ਹੈ ਕਿਸੇ ਵੀ ਘਰ ਦੇ ਉੱਤੇ ਅਤੇ ਉਸ ਵੇਲੇ ਸਾਨੂੰ ਪ੍ਰੀ ਅਪਰੂਵਲ ਲੈਟਰ ਨਾਲ ਅਟੈਚ ਕਰਨੀ ਪੈਂਦੀ ਹੈ, ਕਿਉਂਕਿ ਸਾਹਮਣੇ ਵਾਲਾ ਜੋ ਏਜੰਟ ਹੁੰਦਾ ਹੈ ਉਹ ਸੈਲਰ ਦੇ ਅੱਗੇ ਜਦ ਵੀ ਆਫਰ ਲੈਟਰ ਰੱਖਦਾ ਹੈ ਅਤੇ ਸੈਲਰ ਪੁੱਛਦਾ ਹੈ ਕਿ ਹਾਂਜੀ ਕਿਸ ਬਿਹਾਫ 'ਤੇ ਇਹ ਬੰਦਾ ਕਹਿ ਰਿਹਾ ਹੈ ਕਿ ਇਹ 6 ਲੱਖ ਦੀ ਆਫਰ ਦੇ ਰਿਹਾ ਜਾਂ 7 ਦੀ ਦੇ ਰਿਹਾ, ਜਿੰਨੇ ਦੀ ਵੀ ਦੇ ਰਿਹਾ ਹੈ, ਕੀ ਇਹਦਾ ਕ੍ਰਾਈਟੀਰੀਆ ਹੈਗਾ, ਕਿੰਨੀ ਡਾਊਨ ਪੇਮੈਂਟ ਪਾ ਰਿਹਾ ਹੈ, ਕਿੰਨਾ ਕੁ ਇਹਦਾ ਕ੍ਰੈਡਿਟ ਸਕੋਰ ਹੈਗਾ ਹੈ। ਅਤੇ ਉਹ ਸਾਰੀਆਂ ਚੀਜ਼ਾਂ ਵਾਸਤੇ ਪ੍ਰੀ ਅਪਰੂਵਲ ਲੈਟਰ ਸਭ ਤੋਂ ਹੀ ਜ਼ਿਆਦਾ ਜ਼ਰੂਰੀ ਚੀਜ਼ ਹੈਗੀ ਹੈ ਔਰ ਸਭ ਤੋਂ ਇਨੀਸ਼ੀਅਲ ਸਟੈਪ ਹੁੰਦਾ ਹੈ ਜਦ ਵੀ ਤੁਸੀਂ ਘਰ ਲੈਣ ਦੀ ਸੋਚੋ। ਤੁਸੀਂ ਆਓ ਇੱਕੋ ਛੱਤ ਥੱਲੇ, ਸਭ ਤੋਂ ਵੱਡੀ ਗੱਲ ਅੱਜ ਤੇ ਪੰਜਾਬ ਐਵੇਨਿਊ ਸਾਰਿਆਂ ਨੂੰ ਪਤਾ ਹੈ ਕਿ ਹੈਗਾ ਕਿੱਥੇ ਹੈਗਾ ਰਿਚਮੰਡ ਵਿਲੇਜ। ਤੁਸੀਂ ਆਓ, ਪੰਜਾਬ ਐਵੇਨਿਊ ਦੇ ਬਿਲਕੁਲ ਕਾਰਨਰ 'ਤੇ ਸਾਡਾ ਆਫਿਸ ਹੈਗਾ ਹੈ। ਤੁਸੀਂ ਆਓ, ਸਾਡੇ ਨਾਲ ਬੈਠੋ, ਆਪਣੇ ਜੋ ਵਿਚਾਰ ਹੈਗੇ ਨੇ ਘਰ ਬਾਰੇ ਉਹ ਸਾਂਝੇ ਕਰੋ ਕਿ ਹਾਂਜੀ ਜੀ ਕਿਹੋ ਜਿਹਾ ਘਰ ਤੁਹਾਨੂੰ ਚਾਹੀਦਾ ਹੈ, ਕਿਹੜੇ ਟਾਊਨ ਵਿੱਚ ਚਾਹੀਦਾ ਹੈਗਾ। ਅਸੀਂ ਉਹਨਾਂ ਨੂੰ ਕੁਈਨਸ, ਲੌਂਗ ਆਈਲੈਂਡ, ਜਿੱਥੇ ਉਹ ਕਹਿਣਗੇ ਅਸੀਂ ਉੱਥੇ ਉਹਨਾਂ ਨੂੰ ਸਰਵਿਸ ਦੇਣ ਵਾਸਤੇ ਹਾਜ਼ਰ ਹੈਗੇ ਹਾਂ, ਸਾਰੀ ਦੀ ਸਾਰੀ ਟੀਮ। ਅਤੇ ਤੁਸੀਂ ਆਓ, ਅਸੀਂ ਸਾਰਾ ਕੁਝ ਡਿਸਕਸ ਕਰਾਂਗੇ ਅਤੇ ਇੱਕੋ ਛੱਤ ਥੱਲੇ ਉਹਨਾਂ ਦੇ ਘਰ ਤੋਂ ਲੈ ਕੇ ਉਹਨਾਂ ਦੀ ਮੌਰਗੇਜ ਤੱਕ ਸਾਰਾ ਕੁਝ ਇੱਕੋ ਛੱਤ ਥੱਲੇ ਪੂਰੀ ਕਰਕੇ ਦੇਵਾਂਗੇ। ਹਰਮਨਦੀਪ ਜੀ, ਤੁਹਾਡੇ ਕੋਲੋਂ ਮੈਂ ਪੁੱਛਣਾ ਚਾਹਾਂਗਾ ਇੱਕ ਖਾਸ ਸਵਾਲ ਕਿ ਜਦੋਂ ਇਹ ਪ੍ਰੋਸੈਸ ਸਟਾਰਟ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਮੌਰਗੇਜ ਕੰਪਨੀ ਹੈ ਜਾਂ ਬੈਂਕ ਆ ਉਹ ਸੈਟੀਸਫਾਈ ਨਹੀਂ ਹੁੰਦੇ ਛੇਤੀ ਕੀਤੇ। ਔਰ ਦੂਸਰਾ, ਆਪਣੇ ਪੰਜਾਬੀਆਂ ਨੂੰ ਇੱਕ ਬਿਮਾਰੀ ਹੈ ਕਿ ਜਿਹਨੂੰ ਪਿੱਲੋ ਬੈਂਕਿੰਗ ਕਹਿ ਦਿੰਦੇ ਆ। ਇਹਨਾਂ ਸਾਰੀਆਂ ਗੱਲਾਂ ਦੇ ਕਿਸ ਤਰ੍ਹਾਂ ਤੁਸੀਂ ਟੈਕਲ ਕਰਦੇ ਹੋ ਅਤੇ ਕੀ ਇਹ ਕੰਪਲੀਕੇਸ਼ਨ ਆਉਂਦੀਆਂ? ਇਹ ਤੁਸੀਂ ਜੀ ਕਹਿੰਦੇ ਜੀ ਉਹ ਲੱਖ ਰੁਪਏ ਜਾਂ ਕਰੋੜ ਰੁਪਏ ਦਾ ਕੁਐਸਚਨ ਦੀ ਪੁੱਛਿਆ। ਇਸ ਕੁਐਸਚਨ ਦਾ ਸਾਨੂੰ ਹਮੇਸ਼ਾ ਕਾਲ ਆਉਂਦੀਆਂ ਨੇ ਸਾਨੂੰ ਕਿ ਵੀ ਅਸੀਂ ਕਿਸੇ ਬੈਂਕ ਕੋਲ ਗਏ, ਸਾਨੂੰ ਇਹ ਪ੍ਰੋਬਲਮ ਆਈ, ਸਾਨੂੰ ਇਹ ਪ੍ਰੋਬਲਮ ਆਈ। ਅਤੇ ਉਹ ਕਈ ਵਾਰ ਮੈਨੂੰ ਜੋਕਿੰਗ ਸਾਰੇ ਮੈਨੂੰ ਕਹਿੰਦੇ ਨੇ ਕਿ ਮੈਨੂੰ ਹੁਣ 25 ਸਾਲ ਮੌਰਗੇਜ ਕਰਦਿਆਂ ਹੋ ਗਏ ਨੇ, ਅਤੇ ਉਹ ਸਾਰੇ ਮੈਨੂੰ ਜੋਕਿੰਗ ਕਈ ਵਾਰ ਮੇਰੇ ਫਰੈਂਡਸ ਕੋਲੀਗ ਵਗੈਰਾ ਕਹਿੰਦੇ ਨੇ ਕਿ ਡਾਕਟਰ ਹਰਮਨ ਕੋਲ ਚਲੇ ਜਾਓ। ਅਤੇ ਮੈਂ ਇਹ ਨਹੀਂ ਕਿ ਮਤਲਬ ਮੈਂ ਆਪਣੇ ਡਾਕਟਰ ਹਰਮਨ ਮੈਂ ਆਪਣੀ ਤਾਰੀਫ ਕਰ ਰਿਹਾ। ਸਾਡਾ ਕੀ ਹੁੰਦਾ ਕਿ ਸਾਡਾ ਜੋ ਆਪਣੀ ਕਮਿਊਨਿਟੀ ਦੀ ਜਿਹੜੀ ਪ੍ਰੋਬਲਮ ਜਿਹੜੀਆਂ ਨੇ ਉਹ ਵੱਡੇ ਬੈਂਕ ਜਿਵੇਂ ਚੇਜ਼, ਵੈਲਸ ਫਾਰਗੋ, ਬੈਂਕ ਆਫ ਅਮਰੀਕਾ ਨੂੰ ਨਹੀਂ ਸਮਝ ਆਉਂਦੀ। ਉਹਨਾਂ ਨੂੰ ਨਹੀਂ ਸਮਝ ਆਉਂਦੀ ਕਿ ਵੀ ਸਾਡੇ ਅਸੀਂ ਕਮੇਟੀਆਂ ਪਾਉਂਦੇ ਹਾਂ। ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਗਿਫਟ ਲੈ ਸਕਦੇ ਆਪਣੀ ਫੈਮਿਲੀ ਮੈਂਬਰਸ ਤੋਂ, ਅਤੇ ਇਸ ਕਰਕੇ ਉਹ ਤੁਹਾਨੂੰ ਗਾਈਡ ਵੀ ਨਹੀਂ ਕਰ ਸਕਦੇ। ਉਹ ਬਾਏ ਲਾਅ ਉਹਨਾਂ ਦਾ ਹੁੰਦਾ ਕਿ ਤੁਸੀਂ ਜੋ ਇਨਫੋਰਮੇਸ਼ਨ ਦਿੱਤੀ ਲੋਨ ਹੋ ਗਿਆ। ਹੁਣ ਸਾਡੇ ਕੋਲ ਆਉਂਦੇ ਹੋ ਤੁਸੀਂ ਕਰ ਲੈਣਾ, ਅਸੀਂ ਜਿਵੇਂ ਪਹਿਲੇ ਮੈਂ ਬੋਲਿਆ ਕਿ ਤੁਸੀਂ ਮਾਈਂਡ ਬਣਾਉਣਾ ਹੈ, ਬਾਕੀ ਕੰਮ ਸਾਡਾ ਵੇ। 1% ਬਣਾਓ ਤਾਂ 99% ਅਸੀਂ ਕਰਾਂਗੇ। ਉਵੇਂ ਹੀ ਸੇਮ ਮੌਰਗੇਜ ਪ੍ਰੋਸੈਸ ਹੈ। ਸਾਨੂੰ ਇੰਨੇ ਸਾਲ ਅਸੀਂ ਮੌਰਗੇਜ ਆਪਣੀ ਕਮਿਊਨਿਟੀ ਦੇ ਕਰਦੇ ਸਾਨੂੰ ਹਰ ਇੱਕ ਲੋਨ ਦਾ ਸਿਨੈਰੀਓ ਸਾਨੂੰ ਪਤਾ ਹੈ ਕਿ ਵੀ ਇਹਦਾ ਸੋਲੂਸ਼ਨ ਕੀ ਹੈ। ਅਤੇ ਅਸੀਂ ਜੋ ਪ੍ਰੋਬਲਮਾਂ ਜਿਹੜੀਆਂ ਬਾਅਦ 'ਚੋਂ ਆਉਣੀਆਂ ਹੁੰਦੀਆਂ ਨੇ ਉਹ ਸਾਨੂੰ ਵੈਰੀ ਫਸਟ ਡੇ ਕਿ ਅਸੀਂ ਉਸ ਨੂੰ ਐਨਾਲਾਈਜ਼ ਕਰਕੇ ਵਿਦਇਨ ਗੈਰੰਟੀਡ ਤੁਹਾਨੂੰ 48 ਆਵਰਸ ਜਾਂ 72 ਆਵਰਸ ਮੈਂ ਤੁਹਾਨੂੰ ਆਨਸਰ ਦਿਆਂਗਾ ਕਿ ਤੁਹਾਡਾ ਲੋਨ ਹੋਏਗਾ, ਕਿਵੇਂ ਹੋਏਗਾ ਜਾਂ ਨਹੀਂ ਹੋਏਗਾ। ਮੋਸਟ ਆਫ ਦਾ ਟਾਈਮ ਤੁਸੀਂ ਆਓਗੇ, ਮੈਂ ਵਿਦਿਨ ਅੱਧੇ ਘੰਟੇ ਵਿੱਚ ਹੀ ਤੁਹਾਨੂੰ ਮੈਂ ਦੱਸ ਦਾਂਗਾ। ਤੁਸੀਂ ਇੱਕ ਵਾਰ ਤੁਹਾਨੂੰ ਮੇਰੇ ਕੋਲ ਆਉਣਾ ਪਏਗਾ ਮੇਰੇ ਆਫਿਸ, ਅਤੇ ਅੱਧੇ ਘੰਟੇ ਤੁਹਾਡੀ ਸਿਚੁਏਸ਼ਨ ਦੇਖ ਕੇ ਤੁਹਾਡੇ ਜੋ ਪੂਰਾ ਐਨਾਲਾਈਜ਼ ਕਰਕੇ ਤੁਹਾਨੂੰ ਮੈਂ ਵਾਕ ਥਰੂ ਕਰ ਦਾਂਗਾ ਵੀ ਤੁਹਾਡਾ ਲੋਨ ਹੋਏਗਾ, ਨਹੀਂ ਹੋਏਗਾ, ਕਿਵੇਂ ਹੋਏਗਾ ਐਗਜ਼ੈਕਟਲੀ। ਔਰ ਉਹੀਓ ਇਨਫੋਰਮੇਸ਼ਨ ਜਿਵੇਂ ਸਾਨੂੰ ਬੜੀ ਵਾਰ ਆਉਂਦੀ ਹੈ, ਸਾਨੂੰ ਅੱਜ ਵੀ ਕਾਲ ਆਈ ਹੈ ਕਿ ਬੈਂਕ ਨੇ ਲੋਨ ਅਪਰੂਵ ਕਰਤਾ, ਪ੍ਰੀ ਅਪਰੂਵਲ ਦੇਤੀ ਔਰ ਅਸੀਂ ਨਹੀਂ ਦਿੱਤੀ। ਉਹਦਾ ਰੀਜ਼ਨ ਸੀਗਾ ਬੈਂਕ ਨੇ ਮਿਸਟੇਕ ਕੀਤੀ, ਉਹਨਾਂ ਨੇ ਪੂਰੀ ਪ੍ਰੋਪਰਲੀ ਚੈੱਕ ਨਹੀਂ ਕੀਤਾ, ਅਤੇ ਉਹ ਬਾਅਦ 'ਚੋਂ ਖਰਾਬੀ ਹੁੰਦੀ ਹੈ ਕਿ ਜਦੋਂ ਤੁਸੀਂ ਘਰ ਲੈ ਲਿਆ, ਘਰ ਦੇ ਅਪਲਾਈ ਕਰਤੀ ਮੌਰਗੇਜ, 2 ਮਹੀਨੇ ਬਾਅਦ ਲੋਨ ਨਹੀਂ ਹੋਇਆ, ਅਤੇ ਸੈਲਰ, ਬਾਇਰ, ਏਜੰਟ, ਅਟਰਨੀ ਸਾਰੇ ਔਖੇ ਹੋ ਗਏ, ਸਭ ਦਾ ਟਾਈਮ ਵੇਸਟ ਹੋਇਆ। ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਪ੍ਰੈਕਟਿਸ ਕੀਤੀਆਂ ਹੋਈਆਂ ਨੇ 25 ਸਾਲ ਦੇ ਐਕਸਪੀਰੀਅੰਸ ਦੇ ਨਾਲ ਕਿ ਤੁਹਾਨੂੰ ਕੋਈ ਵੀ ਮੌਰਗੇਜ ਵਾਲੇ ਕੋਈ ਕੰਪਲੀਕੇਟਡ ਮੌਰਗੇਜ ਹੈ, ਤੁਹਾਨੂੰ ਸਿਰਫ ਐਡਵਾਈਸ ਚਾਹੀਦੀ ਹੈ। ਕਈ ਵਾਰ ਮੈਨੂੰ ਕਾਲਾਂ ਦੂਜੀ ਸਟੇਟ ਤੋਂ ਆਉਂਦੀਆਂ ਨੇ ਕਿ ਅਸੀਂ ਲੋਨ ਨਹੀਂ ਕਰਦੇ ਸਟੇਟਾਂ ਦੇ ਵਿੱਚ, ਮਗਰ ਅਸੀਂ ਆਪਣੀ ਕਮਿਊਨਿਟੀ ਨੂੰ ਐਡਵਾਈਸ ਅਸੀਂ ਭਾਵੇਂ ਜਿੱਥੇ ਮਰਜ਼ੀ ਹੋਵੇ ਜੋ ਐਡਵਾਈਸ ਮੈਂ ਦੇ ਸਕਦਾ ਹੋਵਾਂਗਾ ਤੁਹਾਨੂੰ ਮੈਂ ਦਿਆਂਗਾ, ਵੈਰੀ ਹੈਪੀ ਟੂ ਗਿਵ ਇਟ।
ਕਈ ਵਾਰ ਲੀਗਲ ਐਡਵਾਈਸ ਚਾਹੀਦੀ ਹੁੰਦੀ ਹੈ ਜਿਹੜੀ ਅਸੀਂ ਨਹੀਂ ਦਿੰਦੇ, ਅਟਰਨੀ ਦਿੰਦੇ ਨੇ, ਮਗਰ ਸਾਨੂੰ ਐਕਸਪੀਰੀਅੰਸ ਹੈ ਕਿ ਮਾਈਨਰ ਜਿਹੜੇ ਛੋਟੇ ਛੋਟੇ ਕੁਐਸਚਨ ਆਨਸਰ ਹੁੰਦੇ ਨੇ ਅਸੀਂ ਕਰ ਸਕਦੇ ਹਾਂ। ਤੇ ਆਈ ਗੈਟ ਕਾਲਸ ਫਰੋਮ ਆਲ ਓਵਰ ਦ ਕੰਟਰੀ ਕਿ ਬਈ ਸਾਨੂੰ ਕੁਐਸਚਨ ਵਾਸਤੇ। ਤੇ ਤੁਹਾਨੂੰ ਕੋਈ ਕੁਐਸਚਨ ਹੈ, ਤੁਸੀਂ ਕਿਸੇ ਪਾਰਟ ਵੀ ਕੰਟਰੀ 'ਚ ਹੈਗੇ ਹੋ, ਕਾਲ ਕਰੋ, ਆਈ ਵਿਲ ਹੈਲਪ ਯੂ ਕਿ ਦੱਸਾਂਗਾ ਵੀ ਤੁਹਾਡਾ ਲੋਨ ਅਗਰ ਸਟਕ ਹੋਇਆ ਹੈ ਤਾਂ ਕਿਵੇਂ ਨਿਕਲ ਸਕਦਾ ਵੇ। ਅਗਰ ਤੁਸੀਂ ਲੋਕਲ ਹੋ, ਲੋਨ ਕਰਾਉਣਾ ਚਾਹੁੰਦੇ ਹੋ, ਇੱਕ ਵਾਰੀ ਆ ਕੇ ਸਾਨੂੰ ਮਿਲ ਲਓ। ਮਕਾਨ ਲੈਣ ਲਈ ਲੋਨ ਦੀਆਂ ਬਰੀਕੀਆਂ ਅਜੇ ਘੱਟ ਤੋਂ ਘੱਟ ਦਰਜਨ ਤੋਂ ਉੱਪਰ ਹੋਰ ਪਈਆਂ ਆ, ਪਰ ਸਾਡੇ ਕੋਲ ਟਾਈਮ ਬਹੁਤ ਥੋੜ੍ਹਾ ਰਹਿ ਗਿਆ, ਟਾਈਮ ਤਕਰੀਬਨ ਖਤਮ ਹੋਣ ਵਾਲਾ। ਪਰ ਇਸ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਇੱਕ ਖਾਸ ਚੀਜ਼ ਦਿਖਾ ਰਹੇ ਹਾਂ ਕਿ ਜਿਸ ਕਸਟਮਰ ਨੂੰ ਗੁਰਦੀਪ ਭਾਜੀ ਨੇ ਮਕਾਨ ਲੈ ਕੇ ਦਿੱਤਾ, ਉਹਨਾਂ ਦੇ ਦਿਲ ਦੀ ਗੱਲ ਕੀ ਹੈ। ਆਓ ਤੁਹਾਨੂੰ ਅਖੀਰ ਵਿੱਚ ਉਹਨਾਂ ਦੇ ਦਿਲ ਦੀ ਗੱਲ ਸੁਣਾਉਂਦੇ ਹਾਂ ਕਿ ਉਹਨਾਂ ਨੂੰ ਮਕਾਨ ਲੈਣ ਵਿੱਚ ਕਿਸ ਤਰ੍ਹਾਂ ਹੈਲਪ ਹੋਈ ਔਰ ਕਿਵੇਂ ਉਹਨਾਂ ਦੀ ਸਾਰੀ ਮਦਦ ਕਰਨ ਤੋਂ ਬਾਅਦ ਉਹ ਕਿਸ ਤਰ੍ਹਾਂ ਖੁਸ਼ੀਪੂਰਵਕ ਮਕਾਨ ਲੈ ਚੁੱਕੇ ਹਨ। ਆਓ ਦੇਖਦੇ ਹਾਂ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੇ ਮੇਰਾ ਨਾਮ ਬਲਜਿੰਦਰ ਸਿੰਘ ਹੈ ਤੇ ਮੈਂ ਗੁਰਦੀਪ ਭਾਜੀ ਕੋਲੋਂ ਆਪਣਾ ਘਰ ਲਿੱਤਾ ਸੀ 112 ਸਟਰੀਟ ਤੇ ਸਾਡੀ ਯਾਰੀ ਦੋਸਤੀ ਕਾਫੀ ਚਿਰ ਤੋਂ ਹੈ ਤੇ ਅੱਜ ਤੋਂ 6-7 ਸਾਲ ਪਹਿਲਾਂ ਆਪਣਾ ਕਿਸੇ ਘਰ ਦੀ ਡੀਲ ਚੱਲੀ ਸੀ, ਪਰ ਸਾਡੀ ਗੱਲ ਨਹੀਂ ਬਣੀ। ਚਲੋ ਆਪਣਾ ਇੱਦਾਂ ਹੀ ਪਿਆਰ ਸਾਡਾ ਚੱਲਦਾ ਰਿਹਾ, ਭਾਜੀ ਨਾਲ ਗੱਲਬਾਤ ਹੁੰਦੀ ਰਹੀ। ਇਹਨਾਂ ਕੋਲ ਕੋਈ ਡੀਲ ਆਈ ਤੇ ਇਹਨਾਂ ਨੇ ਭਾਜੀ ਹੋਰਾਂ ਨੇ ਮੈਨੂੰ ਫੋਨ ਕੀਤਾ, ਗੁਰਦੀਪ ਭਾਜੀ ਨੇ, ਤੇ ਕਹਿਣ ਲੱਗੇ ਕਿ ਬਲਜਿੰਦਰ ਇੱਦਾਂ ਕੋਈ ਡੀਲ ਆਈ ਹੈ ਤੇ ਦੇਖ ਲੈ ਜੇ ਇੰਟਰਸਟਡ ਹੈਗਾ ਤੂੰ। ਤੇ ਮੈਂ ਦੇਖਿਆ ਤੇ ਘਰ ਬਹੁਤ ਵਧੀਆ ਸੀ। ਮੈਂ ਰਾਈਟ ਵੇ ਹਾਂਜੀ ਯੈਸ ਕਰਤੀ ਤੇ ਆਪਣਾ ਲਾਈਕ 2-3 ਮਹੀਨੇ 'ਚ ਆਪਣੀ ਕਲੋਜ਼ਿੰਗ ਹੋ ਗਈ ਤੇ ਬਹੁਤ ਵਧੀਆ ਕੰਮ ਸੀ ਭਾਜੀ ਦਾ। ਜਦੋਂ ਮੈਂ ਫੋਨ ਕਰਨਾ ਭਾਜੀ ਨੇ ਫੋਨ ਚੱਕਣਾ ਤੇ ਬਹੁਤ ਵਧੀਆ ਲੱਗਾ ਭਾਜੀ ਨਾਲ। ਮੈਂ ਤਾਂ ਸਾਰਿਆਂ ਨੂੰ ਇਹੀ ਗੱਲ ਕਹਾਂਗਾ ਕਿ ਭਾਜੀ ਵਰਗਾ ਨਾਈਸ ਬੰਦਾ ਨਹੀਂ ਹੈਗਾ। ਰਾਈਟ ਵੇ ਫੋਨ ਚੱਕਦੇ ਨੇ ਜਦੋਂ ਫੋਨ ਕਰੋ। ਤੇ ਮੇਰੀ ਤਾਂ ਇਹੀ ਰਿਕੁਐਸਟ ਹੈ ਸਾਰਿਆਂ ਨੂੰ ਕਿ ਜੇ ਕਿਸੇ ਨੂੰ ਕੋਈ ਘਰ ਚਾਹੀਦਾ ਹੋਇਆ ਆ ਜਾਂ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਲੋਨ ਦੇ ਵਿੱਚ, ਤੇ ਗੁਰਦੀਪ ਭਾਜੀ ਨੂੰ ਕੋਂਟੈਕਟ ਕਰਨ, ਹਰਮਨ ਭਾਜੀ ਨੂੰ ਕੋਂਟੈਕਟ ਕਰਨ। ਬਹੁਤ ਨਾਈਸ ਨੇ ਤੇ ਇਨ ਫਿਊਚਰ ਵੀ ਇਹਨਾਂ ਦੇ ਨਾਲ ਕੰਮ ਇੱਦਾਂ ਹੀ ਕਰਦੇ ਰਹਾਂਗੇ।